दंडोत वंदनन कवार। सर्व कला समरथ डोलन ते राखो प्रभु। नानक दे कर हथ पां बुध प्रभ तुच्छ हमारी। वर्ण सकै महिमा जो तिहारी। हम ना सकत पर सिवत तुम्हारी। आप लियो तुम कथा सुधारी। अगम अगोचर सच साहिब मेरा। नानक बोले बुलाया तेरा। जेता जियो पिन सब तेरा। तू अंतरजामी पुरख भगवान। दासन दास कह जन नानक। जिहा तू कराए तिहा हो करी वख्याल। सतनाम श्री वाहिगुरू ਸਾਹਿਬ ਜੀ। ਸੋਠ ਮਹੱਲਾ ਪੰਜਵਾਂ। ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਸੰਤ ਪ੍ਰਸਾਦ ਹਰਿ ਨਾਮ ਧਿਆਇਆ। ਸਰਬ ਕੁਸਲ ਤਬ ਥੀਆ। संतन बिन अवर न दाता बिया। जो जो शरण परै साधु की। सो पार ग्रामी किया। रहाओ। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी। गुरु रूप गुरु खालसा साध संगत जीओ। गुरु पातशाह जी ने बख्शिश की है। गुरबाणी इस जग में चानण। करम वसै मन आए। गुरबाणी की पावन कथा नाल जुड़न का सुभाग बख्शिया है। गुरबाणी की कथा वाहिगुरु दी ही कथा है। परमेश्वर दी ही सिफत सलाह है। जिस बारे पातशाह गुरबाणी दे विच लिखदे हन। सब ते ऊतम हर की कथा। नाम सुनत दर्द दुख लथा। सुन हर कथा उतारी मैल। महापुनीत भये सुख सैल। सद बलिहारी तिना जे सुनते हर कथा। पूरे ते प्रधान निवावे प्रभ मथा। लड़ीवार सतगुरु जी की पावन बाणी की पावन कथा जो आपां नूं प्राप्त हो रही है। इस समय सोठ राग दे विच गुरु अर्जन देव महाराज जी की पावन बाणी की कथा 610 अंग ते गरीब निवास सच्चे पातशाह धन गुरु अर्जन देव जी महाराज फुरमान कर रहे हैं। जिन्हां गुरमुखां ने रब का नाम जपिया बंदगी की है। परमात्मा वाहिगुरु उन्हां नूं सारे ब्रह्मांड का मालक बना देंदा है। सारियां दातां का मालक बना देंदा है। जो संसारी मनुख सोच भी नहीं सकता कि परमात्मा के भगत संत गुरमुख दे कोल कितनी वड्डी शक्ति ताकत है। सच्चे पातशाह धन गुरु अर्जन देव जी महाराज ऐसे जिहड़े गुरमुख नाम जपण वाले परमात्मा विच भेद होए हन। उन्हां दी सेवा करके होरां नूं भी रूहानीयत का ठिणका प्राप्त होता है। उन्हां दा भी भला हो जाता है जिहड़े उन्हां दे नाल जुड़दे हन। तो साहिब सच्चे पातशाह धन गुरु अर्जन देव जी महाराज
ਪ੍ਰਵਾਨ ਕਰ ਰਹੇ ਹਨ। ਸੋਠ ਮਹੱਲਾ ਪੰਜਵਾਂ। ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਦੇ ਭਗਤਾਂ ਦੀ ਮਹਿਮਾ ਦਾ ਪਤਾ ਹੈ, ਉਹ ਤਨ ਮਨ ਧਨ ਕਰਕੇ ਸਮਰਪਿਤ ਹੋ ਕਰਕੇ ਸੇਵਾ ਕਰਦੇ ਹਨ। ਸੰਤਾਂ ਦੀ, ਰੱਬ ਦੇ ਭਗਤਾਂ ਦੀ ਮਹਿਮਾ ਮਹਾਰਾਜ ਫਰਮਾਨ ਕਰਦੇ ਨੇ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ। ਸਾਧੂ ਦੀ ਮਹਿਮਾ ਵੇਦ ਵੀ ਬਿਆਨ ਨਹੀਂ ਕਰ ਸਕਦੇ, ਹੋਰ ਕਿਸੇ ਨੇ ਤਾਂ ਕਰਨਾ ਹੀ ਕੀ ਹੈ। ਐਸਾ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ 'ਤੇ ਸਭ ਤੋਂ ਪਹਿਲਾਂ ਵੇਦ ਹੀ ਉਚਾਰਨ ਕੀਤੇ ਗਏ, ਵੇਦ ਹੀ ਰਚੇ ਗਏ, ਭਾਵ ਪੁਰਾਤਨ ਗ੍ਰੰਥ ਸਭ ਤੋਂ ਵੇਦ ਮੰਨੇ ਗਏ ਹਨ। ਅਤੇ ਉਸ ਤੋਂ ਬਾਅਦ ਹੋਰ ਅਣਕ ਗ੍ਰੰਥ ਹੋਂਦ ਦੇ ਵਿੱਚ ਆਏ। ਸਭ ਤੋਂ ਪੁਰਾਤਨ ਜਿਹੜੇ ਵੇਦ ਮੰਨੇ ਗਏ ਨੇ, ਉਹ ਵੀ ਸਾਧੂਆਂ ਦੀ, ਰੱਬ ਦੇ ਭਗਤਾਂ ਦੀ, ਬੰਦਗੀ ਕਰਨ ਵਾਲਿਆਂ ਦੀ ਮਹਿਮਾ ਨੂੰ ਨਹੀਂ ਜਾਣਦੇ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਗੁਰਮੁਖ, ਉਹਨਾਂ ਦੀ ਸੇਵਾ ਦਾ ਕਿੱਡਾ ਵੱਡਾ ਮਹਾਤਮ ਹੈ। ਇੱਕ ਪੌੜੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖੀ ਹੈ। 10ਵੀਂ ਵਾਰ ਦੇ ਵਿੱਚ ਉੱਥੇ ਜ਼ਿਕਰ ਆਉਂਦਾ ਹੈ ਕਿ ਸੈਣ ਭਗਤ ਜੀ ਦਾ ਜ਼ਿਕਰ ਕੀਤਾ ਹੈ। ਭਗਤੀ ਤਾਂ ਉਹ ਰੋਜ਼ ਕਰਦੇ ਸਨ, ਪਰ ਇੱਕ ਦਿਨ ਦੀ ਕੀਤੀ ਹੋਈ ਮਹਾਂਪੁਰਸ਼ਾਂ ਦੀ, ਸੰਤਾਂ ਦੀ ਸੰਗਤ ਇੱਕ ਵਾਹਿਗੁਰੂ ਦੇ ਨਾਲ ਉਹਨਾਂ ਨੂੰ ਇੱਕ ਕਰ ਦਿੰਦੀ ਹੈ, ਪਰਮਾਤਮਾ ਨਾਲ ਅਭੇਦ ਕਰ ਦਿੰਦੀ ਹੈ। ਔਰ ਉਹ ਸੰਪੂਰਨ ਤੌਰ 'ਤੇ ਪਰਮਾਤਮਾ ਦੀ ਭਗਤੀ ਵਿੱਚ ਵਲੀਨ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੈ ਜਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਸੈਣ ਜੀ ਨੂੰ ਸੰਤਾਂ ਦੀ, ਭਗਤਾਂ ਦੀ ਮਹਿਮਾ ਦਾ ਪਤਾ ਸੀ ਬਈ ਐਸੇ ਜਿਹੜੇ ਰੱਬ ਦੇ ਪਿਆਰੇ ਮਿਲ ਜਾਣ, ਉਹਨਾਂ ਦੀ ਸੇਵਾ ਦਾ ਬਹੁਤ ਵੱਡਾ ਭਾਰੀ ਮਹਾਤਮ ਹੈ। ਆਪਣੇ ਘਰ ਵਿੱਚ ਲੈ ਗਏ ਸੰਤਾਂ ਦੀ ਮੰਡਲੀ ਨੂੰ, ਰਾਤ ਨੂੰ ਟਿਕਾ ਕੀਤਾ ਅਤੇ ਉਹ ਮਹਾਂਪੁਰਸ਼ ਕਹਿੰਦੇ ਵੀ ਅੱਜ ਤੁਹਾਡੇ ਘਰ ਹੀ ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਵੇਗਾ। ਸਾਰੀ ਰਾਤ ਕੀਰਤਨ ਹੋਇਆ। ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਅੱਗੇ ਸੈਣ ਜੀ ਅੰਮ੍ਰਿਤ ਵੇਲੇ ਆਪਣਾ ਨੇਮ ਕਰਨ ਤੋਂ ਬਾਅਦ ਸਵਖਤੇ ਹੀ ਚੱਲ ਪੈਂਦੇ ਸਨ, ਪੈਦਲ ਜਾਇਆ ਕਰਦੇ ਸਨ, ਕਿਉਂਕਿ ਰਾਜਾ ਉੱਥੋਂ ਬਹੁਤ ਦੂਰ ਰਹਿੰਦਾ ਸੀ। ਤਾਂ ਅੱਜ ਸਮਾਂ ਤਾਂ ਹੋ ਗਿਆ, ਪਰ ਸੈਣ ਜੀ ਸੋਚਦੇ ਨੇ ਮੇਰੇ ਘਰ ਵਿੱਚ ਪਤਾ ਨਹੀਂ ਕਿਵੇਂ ਪਰਮਾਤਮਾ ਨੇ ਸੰਤ ਭੇਜੇ ਨੇ, ਅੱਜ ਇਹਨਾਂ ਦੀ ਸੇਵਾ ਕਰ ਲਵਾਂ। ਸੇਵਾ ਵਿੱਚ ਇੰਨੇ ਜੁੜੇ, ਉੱਧਰ ਰਾਜੇ ਦੀ ਨੌਕਰੀ ਵਾਲੇ ਪਾਸੇ ਜਾਣ ਦਾ ਖਿਆਲ ਛੱਡ ਦਿੱਤਾ। ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਲੱਗੇ ਰਹੇ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਹੋਇਆ ਸ਼ਰਮਾਈ। ਉਸ ਤੋਂ ਪਹਿਲਾਂ ਇੱਕ ਗੱਲ ਹੁੰਦੀ ਹੈ, ਜਦੋਂ ਪਰਮਾਤਮਾ ਨੇ ਵੇਖਿਆ ਨਾ ਵੀ ਸੈਣ ਤਾਂ ਮੇਰੇ ਭਗਤਾਂ ਦੀ ਸੇਵਾ ਵਿੱਚ ਜੁੜੇ ਹੋਏ ਨੇ, ਸੈਣ ਰੂਪਹਾਰ ਹੋਏ ਕਹਿ ਆਇਆ ਰਾਣੀ ਨੂੰ ਰਿਝਾਈ। ਵਾਹਿਗੁਰੂ ਆਪ ਸੈਣ ਰੂਪ ਹੋ ਕੇ ਗਏ। ਰਾਜੇ ਦੀ ਜੋ ਉਹਨਾਂ ਦੇ ਸਰੀਰ ਦੀ ਉਹ ਮਾਲਿਸ਼ ਕਰਦੇ ਸਨ। ਕੋਈ ਰੋਗ ਸੀ ਰਾਜੇ ਨੂੰ,
जाके परमात्मा ने सैन रूप हो करके उन्होंने मालिश की, वह रोग जाता रहा। राजा बड़ा खुश होया भी अज तो मेरा शरीर बिल्कुल 9 वर 9 हो गया, कोई दुख रोग रह ही नहीं गया। तो परमात्मा तो वो काम करके उतों चले गए। जदों सैन जी साधु महात्मा ने विदायगी लई, उन्होंने विदायगी दे के साध जनां नूं विदा कर राज द्वार गया शर्माई। बड़ा शर्मिंदा होए, मन में सोचते जाते ने अज राजा झिड़केगा, अज ताड़ना करेगा क्योंकि मैं अपने समय तो लेट हो गया हाँ। पर जदों सैन जी गए, दूरों राणे सद के गलों कवाए खोल पहनाई। दूरों वेख्या सैन जी आए ने, आवाज़ मारी, सैन आजा, की गल मुड़ के दोबारा फिर आ गया है। मैं बड़ा खुश सी, तुसी जल्दी जल्दी चले गए, मैं तुहानू इनाम देना सी, तुसी बड़ी वधिया अज मेरी सेवा की है, मैं ठीक हो गया बिल्कुल, मैं तुहानू इनाम देना सी, तुसी जल्दी जल्दी चले गए और अपनी कीमती पोशाक वो देना की। सैन जी सोचते ने भी ये खुश, पर मैं तो आया नहीं क्योंकि मैं तो हुण आ रहा हाँ। तो भाई गुरदास जी लिखते ने कि प्रगट करे भगत वडियाई। ये वाहिगुरू निरंकार अपने भगतां की वडियाई नूं प्रगट करता है। किड्डा वड्डा महात्म भावना नाल सेवा की, परमात्मा की प्राप्ति हुई। उस दिन तो छड्ड के राजे की नौकरी परमात्मा की भगती विच वलीन होए। सैन नाई बुतकारिया ओ घर घर सुनिया, हिरदे वसिया पार ब्रह्म भगता मैं गणिया। महाराज कहते तन संतन का धन संतन का मन संतन का किया। जिन्होंने महिमा पता लगी वो तन मन धन करके संतां की सेवा करते ने। संत प्रसाद हर नाम ते आया, सर्व कुशल तब थीया। संत जदों किसी ते कृपा करते हैं उन्होंने नाम नाल जोड़ देंदे ने। संत होवे वो नाम नाल ही जोड़ेगा। ताई भगत कबीर साहब ने कहा भी संत ते असंत भी हुंदे ने, उन्हां तो बच के रहना है। संत मिले किछ सुनिए कहिए, मिले असंत मस्ट कर रही है। बाबा बोलना क्या कहिए, जैसे राम नाम रव रही है। अज आपां वेखदे हां नाम संत धरा लेना कोई वड्डी गल नहीं है। नाम संत रखा के कई कवितावां ही पढ़ी जाते हैं। वो पंजाबी गीत जिहड़ा कोई आ गया ना, कई वेखे ने वही गान लग जाते हैं भी ये कोई गाना मशहूर हो जाए ना वधिया जिहा, तो वह वाजे तो वही गान लग जाते हैं। संत का काम की है, रब की सिफत सलाह करनी, वाहिगुरू की वडियाई करनी, नाम जपना। तो महाराज सच्चे पातशाह कहते जिहड़ा संत है वो फिर नाम नाल जोड़ देंदा, क्योंकि वो आप जुड़िया होया। जिहड़ी चीज़ नाल जुड़िया होया उहदे नाल जुड़ेगा। जिहड़ा अंदरों पंजाबी गाणियां नाल जुड़िया उन्हें पंजाबी गाने गा के सुनाने तुहानूं। जिहड़ी चीज़ नाल जुड़िया उही बंदा जो उसे पासे। तो महाराज सच्चे पातशाह कहते संत की निशानी की है, वो नाम दे नाल जोड़ देंदा है। संत प्रसाद हर नाम ध्याया, सर्व कुशल तब थीया। जिमें प्रिंसीपल लोग बड़े सुनते सन उन्होंने। एक बारी उन्होंने बंगला साहब दिल्ली बाला प्रीतम गुरु हरकृष्ण साहब महाराज जी के स्थान पर कथा की। बेगमपुरा शहर को नाओ, दुख अंधो नहीं ते ठाऊं। भगत रविदास जी का यह शब्द है, इस शब्द की व्याख्या की। व्याख्या करके बाहर आए जदों तो महापुरुष बाबा अतर सिंह जी सन। उन्होंने पूछया प्रिंसीपल साहब जी तुसी कथा करके आए हो
ਉਸ ਅਵਸਥਾ ਨੂੰ ਮਾਣਿਆ ਵੀ ਹੈ। ਉਹ ਸ਼ਹਿਰ ਵੇਖਿਆ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਸ਼ਹਿਰ ਜਿੱਥੇ ਕੋਈ ਗਮ ਨਹੀਂ ਹੈ, ਜਿੱਥੇ ਕੋਈ ਦੁੱਖ ਹੈ ਨਹੀਂ, ਇਸ ਤਰ੍ਹਾਂ ਦਾ ਵੀ ਕੋਈ ਸ਼ਹਿਰ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਆਂਦੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, खूब न कथा न तरसरवाल, अब मोए खूब वतन गए भाई, उहाँ खैर सदा मेरे भाई। ऐसा वतन, ऐसा शहर, उथे कोई टैक्स नहीं, कोई दुख नहीं, कोई फिक्र नहीं, कोई चिंता नहीं है। वो कहते भी मैं तो कथा करती जिवें लिखिया सी अर्थ, पर इस तरह का वैसे हो नहीं सकता। तो उस समय कहते हैं कि महापुरुषों ने उन्हों का हथ पकड़िया तो कहते रस अखां बंद करके आखो वाहिगुरु। इधरों महापुरुषों ने आखिया वाहिगुरु, उधरों जो उन्होंने आखिया उन्होंने समाधि लग गई। वो अवस्था दिखा दी जिहड़ी अवस्था गुरबाणी दे विच लिखी हुई है। गुरबाणी दे विच महाराज जी ने सारा कुछ लिखिया होया है। जिमें आपां सोहनी साहिब का पाठ करते हाँ, प्रभ कै सिमरन अनहद चुनकार, सुख प्रभ सिमरन का अंत ना पार। जदों किसी के अंदर नाम चलता है ना, अंदर चुनकार पैदा होंदी है। चुनकार तुसी कदी आपां वो कदी कदी थोड़ा जिहा कदी कदी कुदरत वालों वो झलकारा मिलता है कि जिमें हवा का ठंडा झोंका आउंदा, शरीर का रोम रोम एक बारी शरीर नूं कमनी जी छिड़ जाती है ना। हुंदा ये सिर्फ एक दो सैकंड विच ही आपां देखते हाँ। कई बार साडे शरीर नूं कमनी जी छिड़दी है तो सानू उस समय सारा दुख रोग भुल जाता है। शरीर का रोम रोम खड़ा हो जाता है। महाराज कहते उही अवस्था हर समय बनी रहिंदी गुरमुख दी। ਉਹਦੇ अंदर अनहद नाद की चुनकार पैदा हो जाती है। उस चुनकार नाल जिहड़ा सुख हुंदा है वो बयान नहीं किया जा सकता। वशिष्ठ जी महापुरुष लिखते ने, राजे तो लैके ब्रह्मा की पदवी तक जिहड़े सुख ने ना, राज पदवी तो लैके ना ते ब्रह्मा की पदवी तक जिहड़े सुख ने, वाहिगुरु परमात्मा परमेश्वर दे सिमरन दे एक छिन दे भी वो बराबर नहीं हैं। एक छिन एक सैंगड़ दे भी बराबर नहीं हैं। तो गुरमुख नूं वो अवस्था प्राप्त होंदी जिहड़ी ब्रह्मा नूं सारी उम्र विच नहीं प्राप्त होंदी, क्योंकि उसदी पदवी का सुख लिमिट विच है, बन्निया होया है। जिवें एक राजे का राज भाग का सुख बन्निया हुंदा है, उस तो अगे नहीं हो जा सकता। जिमें एक अफसर कोई काम करन दी उहदी मर्यादा, उन्होंने कहते इदों अगे तू काम नहीं कर सकता, इदों अगे होर उपर वाला अफसर काम करेगा। उस तरह सुख की भी मर्यादा होंदी है कि वह बंदा उदों अगे जा ही नहीं सकता। राजा उन्ना की सुख भोग सकता है, वजीर उन्ना की सुख भोग सकता है। जिहड़ा कोई उदों वड्डा राजा उस हिसाब नाल वो सुख मिलता है। पर जिहड़ा वाहिगुरू की बंदगी करन वाला है उसदा सुख बयान नहीं किया जा सकता। क्योंकि महाराज कहते प्रभ कै सिमरन अनहद चुनकार, सुख प्रभ सिमरन का अंत ना पार। सिमरन द्वारा जिहड़ा सुख मिलता है उसदा कोई अंत नहीं है। गरीब नवाज फरमान करते ने, संत प्रसाद हर नाम ध्याया, सर्व कुशल तब थीया। जदों संतां दी कृपा नाल वाहिगुरू दा नाम जपिया, सब तरह करके कुशल हो गया, इत्थे भी अते अगे भी। संतन बिन अवर न दाता बीया, संतां तो बिना होर कोई दाता है ही नहीं है, जो सानू परमात्मा दे नाम नाल जोड़ देवे। महाराज कहते जो जो शरण परै साधु की, सो पार ग्रामी किया रहाओ। जो जो भी वाहिगुरु परमात्मा दे संतां दी शरण विच पैंदा, भाव अपना अहंकार त्याग देंदा है,
ਉਹ ਭਵਜਲ ਤੋਂ ਪਾਰ ਹੋ ਜਾਂਦਾ ਹੈ, ਪਰਮਾਤਮਾ ਦੇ ਦੇਸ਼ ਦਾ ਵਾਸੀ ਹੋ ਜਾਂਦਾ ਹੈ। ਐਸੀ ਮਹਾਂਪੁਰਸ਼ਾਂ ਦੀ, ਰੱਬ ਦੇ ਭਗਤੀ ਕਰਨ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ ਵੱਡੀ ਭਾਰੀ ਮਹਿਮਾ ਹੈ। ਬਾਣੀ ਵਿੱਚ ਮਹਾਰਾਜ ਇਹ ਵੀ ਆਖਦੇ ਨੇ, ਪਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਪੁੱਛਿਆ ਕਿ ਵਾਹਿਗੁਰੂ ਨਿਰੰਕਾਰ ਜੀ, ਜਿਹੜਾ ਤੁਸੀਂ ਇਹ ਸਾਰਾ ਸੰਸਾਰ ਚਲਾ ਰਹੇ ਹੋ, ਬ੍ਰਹਿਮੰਡ ਚਲਾ ਰਹੇ ਹੋ, ਇਹਦੀ ਮਰਿਆਦਾ ਨੂੰ ਕੋਈ ਬਦਲ ਸਕਦਾ ਹੈ? ਕੀ ਇਹਦੀ ਮਰਿਆਦਾ ਨੂੰ ਬਦਲਿਆ ਜਾ ਸਕਦਾ ਹੈ? ਜੇ ਕੋਈ ਬਦਲ ਸਕਦਾ ਹੈ ਤਾਂ ਉਹ ਕੌਣ ਹੈ? ਤਾਂ ਵਾਹਿਗੁਰੂ ਨਿਰੰਕਾਰ ਫਿਰ ਦੱਸਦੇ ਨੇ ਕਿ ਮੇਰੀ ਬਾਂਦੀ ਭਗਤ ਛਡਾਵੈ, ਮੇਰੀ ਬੰਨੀ ਹੋਈ ਨੂੰ ਭਗਤ ਛਡਾ ਸਕਦੇ ਨੇ। ਭਗਤਾਂ ਨੂੰ ਇੰਨੀ ਪਾਵਰ ਵਾਹਿਗੁਰੂ ਦੇ ਦਿੰਦਾ ਹੈ, ਇੰਨਾ ਵਾਹਿਗੁਰੂ ਪਰਮਾਤਮਾ ਆਪਣੇ ਨਾਮ ਜਪਣ ਵਾਲਿਆਂ ਨੂੰ ਸਤਿਕਾਰ ਦਿੰਦਾ ਹੈ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਏ ਬਾਂਧੈ, ਤੋ ਉਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਉਹਨਾਂ ਅੱਗੇ ਮੈਂ ਵੀ ਨਿਰੁੱਤਰ ਹੋ ਜਾਂਦਾ ਹਾਂ। ਕਿੰਨੀ ਮਹਿਮਾ ਦੱਸੀ ਹੈ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਦੀ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਰਹਾਓ ਕੋਟ ਅਪਰਾਧ ਮਿਟੈ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਕਰੋੜਾਂ ਹੀ ਅਪਰਾਧ ਮਿਟੇ ਵੀ ਜਾਂਦੇ ਨੇ ਜਦੋਂ ਆਪਾਂ ਸੰਗਤਾਂ ਦੀ, ਨਾਮ ਜਪਣ ਵਾਲੇ ਗੁਰਮੁਖਾਂ ਦੀ ਸੇਵਾ ਕਰਦੇ ਹਾਂ। ਕੋਟ ਅਪਰਾਧ ਮਿਟੈ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਜਦੋਂ ਆਪਾਂ ਸੰਗਤ ਦੀ ਸੇਵਾ ਕਰਦੇ ਹਾਂ, ਕਿਉਂਕਿ ਸੰਗਤ ਵਿੱਚ ਬੜੇ ਬੜੇ ਨਾਮ ਜਪਣ ਵਾਲੇ ਭੈਣਾਂ, ਬੀਬੀਆਂ, ਬਾਣੀ ਪੜ੍ਹਨ ਵਾਲੇ, ਜਪ ਤਪ ਕਰਨ ਵਾਲੇ ਵੀਰ ਗੁਰਸਿੱਖ, ਉਹ ਸਾਰੇ ਮਹਾਤਮਾ ਹੀ ਹਨ। ਮਹਾਰਾਜ ਕਹਿੰਦੇ ਐਸੇ ਜਦੋਂ ਆਪਾਂ ਗੁਰਮੁਖਾਂ ਦੀ ਸੇਵਾ ਕਰਦੇ ਹਾਂ, ਵਾਹਿਗੁਰੂ ਦਾ ਕੀਰਤਨ ਰਸ, ਉਹਦਾ ਜਸ ਕਰਦੇ ਹਾਂ, ਸਿਫਤ ਸਲਾਹ ਕਰਦੇ ਹਾਂ ਤੇ ਸੰਗਤ ਦੀ ਸੇਵਾ ਕਰਦੇ ਹਾਂ, ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ। ਈਹਾਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡ ਭਾਗੀ ਪਾਈਐ। ਇੱਥੇ ਸੁਖ ਅਤੇ ਅੱਗੇ ਵੀ ਮੁਖ ਉਜਲ ਹੁੰਦਾ ਹੈ, ਪਰ ਉਹ ਤਾਂ ਹੁੰਦਾ ਜੇ ਕੋਈ ਗੁਰਸਿੱਖ ਬੰਦਗੀ ਕਰਨ ਵਾਲੇ ਦਾ ਮਿਲਾਪ ਸਾਨੂੰ ਸੰਗ ਮਿਲ ਜਾਵੇ। ਉਹ ਵੱਡਿਆਂ ਭਾਗਾਂ ਨਾਲ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀ ਹੈ। ਸਾਡੀ ਇੱਕ ਰਸਨਾ ਹੈ, ਜਿਹੜੇ ਰੱਬ ਦੇ ਭਗਤ ਨੇ ਉਹ ਗੁਣਾਂ ਵਿੱਚ ਪੂਰਨ ਹੁੰਦੇ ਨੇ, ਉਹਨਾਂ ਦੀ ਉਪਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਪਰਮਾਤਮਾ ਦੀ ਹਸਤੀ ਨੂੰ ਮੰਨ ਲਿਆ, ਨਾਮ ਨੂੰ ਮੰਨ ਲਿਆ, ਜੁੜ ਗਏ, ਉਹਨਾਂ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਜਿਹੜੀ ਆਪਾਂ ਅਵਸਥਾ ਨੂੰ ਜਾਣਦੇ ਨਹੀਂ, ਉਹਦੀ ਮਹਿਮਾ ਕਿਵੇਂ ਕਰ ਲਵਾਂਗੇ? ਉਹਦੀ ਪੂਰਨ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ, ਗੁਰੂ ਦੀ ਅਤੇ ਸੰਤ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਪ੍ਰਮਾਣ ਕਰਦੇ ਨੇ, ਅਗਮ ਅਗੋਚਰ ਸਦ ਅਵਿਨਾਸੀ, ਸਰਣ ਸੰਤਨ ਕੀ ਲਈ ਹੈ। ਜੋ ਵਾਹਿਗੁਰੂ ਅਗੰਮ ਹੈ, ਸਾਡੇ ਮਨ ਦੀ ਗਮਤਾ ਤੋਂ ਪਰੇ ਹੈ। ਅਗੋਚਰ ਜੋ ਸਾਡੇ ਸਰੀਰਕ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਸਦ ਅਵਿਨਾਸੀ, ਸਦਾ ਨਾਸ ਤੋਂ ਰਹਿਤ ਹੈ। ਉਹ ਕਿੱਥੋਂ ਮਿਲਦਾ ਹੈ? ਸੰਤਾਂ ਦੀ ਸੰਗਤ ਵਿੱਚੋਂ। ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਨਾਲ ਪਰਮਾਤਮਾ ਜੋ ਪਰੇ ਤੋਂ ਪਰੇ ਹੈ, ਜੋ ਨਾ ਸਾਡੇ ਮਨ ਦੀ ਪਕੜ ਵਿੱਚ ਆਉਂਦਾ ਹੈ, ਨਾ ਸਾਡੇ ਤਨ ਦੀ ਪਕੜ ਵਿੱਚ ਆਉਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਗਰੀਬ ਨਵਾਜ ਫਰਮਾਨ ਕਰਦੇ ਨੇ, ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਈ। ਹੇ ਵਾਹਿਗੁਰੂ, ਮੇਰੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ, ਮੈਂ ਨੀਚ ਸੁਭਾਅ ਦਾ ਹਾਂ, ਅਨਾਥ ਹਾਂ, ਮੇਰਾ ਹੋਰ ਕੋਈ ਮਾਲਕ ਨਹੀਂ ਹੈ, ਅਪਰਾਧੀ ਹਾਂ। ਮੈਂ ਤੇਰੇ ਸੰਤਾਂ ਦੀ ਓਟ ਲਈ ਹੈ। ਬੂਢਤ ਮੋਹ ਗ੍ਰਹਿ ਅੰਧ ਕੂ, ਮੈਂ ਨਾਨਕ ਲਿਓ ਨਿਭਾਈ। ਮੈਂ ਤਾਂ ਗ੍ਰਸਤ ਦੇ ਮੋਹ ਦੇ ਖੂਹ ਵਿੱਚ ਡੁੱਬਿਆ ਹੋਇਆ, ਕਿਰਪਾ ਕਰ
ਆਪਣੇ ਸੰਤਾਂ ਦੀ ਸੰਗਤ ਦਾ ਸਦਕਾ ਮੈਨੂੰ ਬਚਾ ਲੈ। ਜਿਵੇਂ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਏ ਨਿਸਤਾਰਾ। ਜਿਹੜਾ ਅਜਾਮਲ ਪਾਪੀ ਸੀ, ਹੈ ਤਾਂ ਇਹ ਬਹੁਤ ਵਿਦਵਾਨ ਪੰਡਤ ਸੀ, ਪਰ ਮਾੜੀ ਸੰਗਤ ਹੋ ਗਈ, ਬੇਸ਼ਵਾਗਾਮੀ ਹੋ ਗਿਆ, ਉਹਦੇ ਨਾਲ ਵਿਆਹ ਕਰਾ ਲਿਆ। ਤੇ ਰੱਬ ਦੇ ਪਿਆਰੇ ਸੰਤ ਮਹਾਤਮਾ ਦਾ ਕਿਤੇ ਇਹਨੂੰ ਮਿਲਾਪ ਹੋ ਗਿਆ ਤੇ ਉਹਨਾਂ ਦੇ ਕੋਲ ਇਹਨੇ ਬੇਨਤੀ ਕੀਤੀ, ਸੰਤਾਂ ਦੀ ਸ਼ਰਨ ਵਿੱਚ ਪੈ ਗਿਆ। ਆਪਣਾ ਅਪਰਾਧ ਪਾਪ ਦੋਸ਼ ਉਹ ਸਾਹਮਣੇ ਨਜ਼ਰ ਆਇਆ ਤੇ ਇਹਨਾਂ ਅੱਗੇ ਬੇਨਤੀ ਕੀਤੀ, ਮਹਾਂਪੁਰਸ਼ਾਂ ਕੋਲ ਮੈਂ ਬੜਾ ਵੱਡਾ ਅਪਰਾਧ ਕਰ ਬੈਠਾ, ਮੈਨੂੰ ਬਖਸ਼ ਲਓ, ਮੇਰਾ ਕਿਵੇਂ ਭਲਾ ਹੋਵੇਗਾ। ਮਹਾਂਪੁਰਸ਼ਾਂ ਨੇ ਪਹਿਲਾਂ ਟਾਲ ਮਟੋਲ ਕੀਤਾ, ਪਰ ਇਹ ਜਦੋਂ ਉਹਨਾਂ ਦੇ ਚਰਨਾਂ 'ਤੇ ਡਿੱਗ ਪਿਆ, ਕਹਿੰਦੇ ਤੁਹਾਡੇ ਬਿਨਾਂ ਮੈਨੂੰ ਕੋਈ ਨਹੀਂ ਬਖਸ਼ ਸਕਦਾ। ਦੁਨੀਆ ਦੇ ਵਿੱਚ ਪਰਮਾਤਮਾ ਨੇ ਸੰਤਾਂ ਨੂੰ, ਆਪਣੇ ਭਗਤਾਂ ਨੂੰ ਇਹ ਅਥਾਰਟੀ ਦਿੱਤੀ ਹੈ। ਤਾਂ ਉਸ ਸਮੇਂ ਮਹਾਂਪੁਰਸ਼ ਦਇਆ ਦੇ ਘਰ ਵਿੱਚ ਆਏ। ਉਹਨਾਂ ਨੇ ਵੇਖਿਆ ਸ਼ਸਤਰ ਦੇ ਅਨੁਸਾਰ, ਜੋ ਸ਼ਾਸਤਰ ਦੀ ਮਰਿਆਦਾ ਹੈ ਉਹਦੇ ਮੁਤਾਬਕ ਇਹਨੂੰ ਸਿੱਧਾ ਉਪਦੇਸ਼ ਨਹੀਂ ਦਿੱਤਾ ਜਾ ਸਕਦਾ। ਇਹਦਾ ਜੀਵਨ ਹੁਣ ਹੋਰ ਤਰ੍ਹਾਂ ਦਾ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਤੇਰੇ ਘਰ ਇੱਕ ਬੱਚਾ ਪੈਦਾ ਹੋਣਾ ਹੈ, ਉਹਦਾ ਨਾਮ ਤੂੰ ਨਾਰਾਇਣ ਰੱਖ ਲਈ। ਜੁਗਤੀ ਹੁੰਦੀ ਮਹਾਂਪੁਰਸ਼ਾਂ ਦੇ ਕੋਲ, ਰੱਬ ਦੇ ਭਗਤਾਂ ਕੋਲ। ਉਹ ਕਹਿੰਦੇ ਬਸ ਉਹਦੇ ਕਰਕੇ ਹੀ ਤੇਰਾ ਭਲਾ ਹੋਣਾ ਹੈ। ਇਹਦੇ ਘਰ ਕਹਿੰਦੇ 7ਵਾਂ ਪੁੱਤਰ ਪੈਦਾ ਹੋਇਆ, ਉਹਦਾ ਨਾਮ ਇਹਨੇ ਨਾਰਾਇਣ ਰੱਖਿਆ। ਉਹ ਮਹਾਂਪੁਰਸ਼ਾਂ ਦੀ ਦੱਸੀ ਹੋਈ ਜੁਗਤੀ ਦੇ ਮੁਤਾਬਕ ਜਦੋਂ ਨਾਮ ਰੱਖਿਆ, ਹੁਣ ਛੋਟਾ ਜਿਹੜਾ ਬੱਚਾ ਹੁੰਦਾ ਉਹ ਸਾਰਿਆਂ ਨੂੰ ਬੜਾ ਪਿਆਰਾ ਲੱਗਦਾ ਹੈ, ਉਹਨੂੰ ਹੀ ਹਰ ਸਮੇਂ ਯਾਦ ਕਰਦਾ, ਆਵਾਜ਼ ਮਾਰਦਾ, ਖਿਡਾਉਂਦਾ ਹੈ। ਅੰਤ ਸਮਾਂ ਆ ਗਿਆ, ਬੱਚੇ ਨੂੰ ਆਵਾਜ਼ ਮਾਰਦਾ, ਨਾਰਾਇਣ ਮੇਰੇ ਕੋਲ ਆ। ਬਸ ਉਹ ਆਵਾਜ਼ ਮਾਰਦਿਆਂ ਮਾਰਦਿਆਂ ਧਿਆਨ ਵਾਹਿਗੁਰੂ ਵੱਲ ਚਲਾ ਗਿਆ। ਉਹਦਾ ਸਦਕਾ ਹੀ ਫਿਰ ਇਹਦਾ ਭਲਾ ਹੋਇਆ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਵਾਹਿਗੁਰੂ, ਅਸੀਂ ਜੀਵ ਔਗਣਾਂ ਦੇ ਭਰੇ ਹੋਏ ਹਾਂ, ਨੀਚ ਸੁਭਾਅ ਦੇ ਹਾਂ, ਅਨਾਥ ਹਾਂ, ਅਪਰਾਧੀ ਹਾਂ, ਪਰ ਤੇਰੇ ਸੰਤਾਂ ਦੀ, ਨਾਮ ਜਪਣ ਵਾਲਿਆਂ ਦੀ ਓਟ ਲੈ ਲਈ। ਬੂਢਤ ਮੋਹ ਗ੍ਰਹਿ ਅੰਧਕੂਪ ਮੈਂ, ਪਰਿਵਾਰ ਦੇ ਮੋਹ ਵਿੱਚ ਪੈ ਕੇ ਗ੍ਰਸਤ ਦੇ ਅੰਧਕੂਪ ਵਿੱਚ ਪਏ ਹੋਏ ਆ। ਨਾਨਕ ਲਿਓ ਨਿਭਾਈ, ਕਿਰਪਾ ਕਰ ਸਾਨੂੰ ਇਹਦੇ ਵਿੱਚੋਂ ਕੱਢ ਲੈ, ਭਵਜਲ ਵਿੱਚੋਂ ਕੱਢ ਲੈ, ਆਪਣੇ ਸੰਤਾਂ ਦੀ ਕਮਾਈ ਦਾ ਸਦਕਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਮਹਿਰਾਮ ਕਰਨ, ਗੁਰਮੁਖਾਂ ਦੀ ਸੰਗਤ ਕਰੀਏ, ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।